जन्म मरण दोहु मैं नाही, जन पर उपकारी आए। जी दान दे भगति लायन, हर स्यों लैन मिलाए। वाहिगुरु जी का खालसा, वाहिगुरु जी की फतेह। परम सत्कारयोग गुरु सवारी साध संगत जी, ਵੱਡਿਆਂ ਭਾਗਾਂ ਵਾਲੇ ਹੋ ਜੋ ਰੋਜ਼ਾਨਾ ਸ਼ਾਮ ਨੂੰ ਸ੍ਰੀਮਾਨ ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਗੁਰਮਤਿ ਸੰਗੀਤ ਅਕੈਡਮੀ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਬੈਠ ਕਰਕੇ ਮਹਾਂਪੁਰਖਾਂ ਦੇ ਜੀਵਨ ਦਾ ਇਤਿਹਾਸ ਸਰਵਣ ਕਰਦੇ ਹੋ। ਆਪ ਜੀ ਨੇ ਪਹਿਲਾਂ ਸਰਵਣ ਕੀਤਾ ਹੈ ਸ੍ਰੀਮਾਨ ਸੰਤ ਬਾਬਾ ਗੁਰਬਖਸ਼ ਸਿੰਘ ਜੀ, ਤਿਨਾਂ ਦੇ ਪਾਸ ਇੱਕ ਫਤਿਹਦੀਨ ਜੋ ਸ਼ਾਹਪੁਰ ਨਗਰ ਦਾ ਹੈ, ਉਹ ਸ਼ਾਹਪੁਰ ਤੋਂ ਆ ਕਰਕੇ ਮਹਾਂਪੁਰਖਾਂ ਦੇ ਪਾਸ ਅਤੇ ਮਹਾਂਪੁਰਖ ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨੂੰ ਕਹਿਣ ਲੱਗਾ, ਮਹਾਂਪੁਰਖੋ ਕਿਰਪਾ ਕਰੋ ਮੈਨੂੰ ਉਪਦੇਸ਼ ਦਿਓ ਜਿਹਦੇ ਨਾਲ ਮੇਰਾ ਮਨ ਟਿਕ ਜਾਵੇ। ਮਹਾਂਪੁਰਖਾਂ ਨੇ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਦੱਸਿਆ ਵੀ ਰੋਜ਼ਾਨਾ ਜੁੜ ਕੇ ਸਾਸ ਗਰਾਸ ਵੀ ਕਰਿਆ ਕਰ, ਉੱਚੀ ਉੱਚੀ ਬੋਲ ਕੇ ਵੀ ਕਰਿਆ ਕਰ। ਪਹਿਲਾਂ ਉੱਚੀ ਉੱਚੀ ਬੋਲੇਗਾ, ਉਹ ਤੋਂ ਬਾਅਦ ਵਿੱਚ ਅੱਖਾਂ ਬੰਦ ਕਰਕੇ ਅਤੇ ਮਨ ਨੂੰ ਟਿਕਾ ਕੇ ਇਕਾਂਤ ਵਿੱਚ ਬੈਠ ਕੇ ਸਿਮਰਨ ਕਰਿਆ ਕਰ, ਤੇਰਾ ਮਨ ਟਿਕ ਜਾਵੇਗਾ। ਇੱਦਾਂ ਕਰਕੇ ਉਹਨੇ ਆਪਣੇ ਕੁਝ ਸਮਾਂ ਸਿਮਰਨ ਕੀਤਾ, ਮਨ ਟਿਕ ਗਿਆ। ਆਉਂਦਾ ਰਿਹਾ ਮਹਾਂਪੁਰਖਾਂ ਦੇ ਕੋਲ, ਫਿਰ ਆਪਣੀਆਂ ਪੁਰਾਣੀਆਂ ਗੱਲਾਂ ਵੀ ਦੱਸੀਆਂ ਕਿ ਮਹਾਂਪੁਰਖੋ ਮੈਂ ਹੋਰ ਬਣਿਆ ਕੋ ਗਿਆ ਸੀ, ਪਰ ਕਿਤੇ ਉਵੇਂ ਮੈਨੂੰ ਕੋਈ ਖੈਰ ਨਹੀਂ ਮਿਲੀ। ਆਪ ਜੀ ਨੇ ਕਿਰਪਾ ਕੀਤੀ ਹੈ, ਇਹ ਬਖਸ਼ਿਸ਼ ਕੀਤੀ ਹੈ। ਸੋ ਮਹਾਂਪੁਰਖਾਂ ਨੂੰ ਇਹ ਆਪਣਾ ਸਾਰਾ ਕੁਝ ਸਮਝਦਾ ਸੀਗਾ ਕਿ ਇਹ ਮੇਰੇ ਇਸ਼ਟ ਹਨ। ਮੁਸਲਮਾਨ ਹੋ ਕੇ ਵੀ ਉਹ ਸ਼ਰ੍ਹਾ ਦੇ ਵਿੱਚ ਨਹੀਂ ਸੀਗਾ, ਸ਼ਰ੍ਹਾ ਵਿੱਚ ਨਹੀਂ ਸੀ ਬੱਧਿਆ ਹੋਇਆ, ਆਜ਼ਾਦ ਸੀਗਾ। ਸੋ ਉਹਨੇ ਹੁਣ ਮਹਾਂਪੁਰਖਾਂ ਨੂੰ ਕਿਹਾ ਕਿ ਮਹਾਂਪੁਰਖੋ ਜਦੋਂ ਅੰਤ ਦਾ ਸਮਾਂ ਹੋਵੇ ਤੁਸੀਂ ਮੇਰੇ ਕੋਲ ਹੋਵੋ। ਕੁਛ ਸਮਾਂ ਆਇਆ, 9-10 ਸਾਲ ਲੰਘੇ ਉਹਦੇ, ਅਤੇ ਉਹ ਬਿਮਾਰ ਹੋ ਗਿਆ। ਅੰਤਲਾ ਸਮਾਂ ਹੈ ਅਤੇ ਮਹਾਂਪੁਰਖਾਂ ਨੂੰ ਯਾਦ ਕਰਦਾ ਹੈ। ਮਹਾਂਪੁਰਖ ਸ਼ਿਮਲੇ ਗਏ ਹੋਏ ਸਨ। ਸੋ ਹੁਣ ਜਦੋਂ ਕੋਈ ਵੀ ਉਹਨੂੰ ਦਿਸਦਾ ਨਹੀਂ ਹੈ ਵੀ ਮੈਨੂੰ ਮਹਾਂਪੁਰਖਾਂ ਦੇ ਕੋਲ ਲੈ ਜਾਵੇ, ਅਤੇ ਉਹ ਕਹਿਣ ਲੱਗਾ ਆਪਣੇ ਧੀਆਂ ਪੁੱਤਰਾਂ ਨੂੰ, ਕਹਿੰਦਾ ਮੇਰਾ ਮੰਜਾ ਜਿਹੜਾ, ਇਹਦਾ ਸਿਰ ਜਿਹੜਾ ਸਰਾਣਾ ਹੈ ਇਹ ਸ਼ਿਮਲੇ ਵੱਲ ਕਰ ਦਿਓ, ਮੇਰਾ ਕਾਬਾ ਸ਼ਿਮਲੇ ਹੈ। ਇੱਦਾਂ ਦੇ ਜਿਹੜਾ ਪਰਿਵਾਰ ਹੈ ਉਹਨੇ ਇਹਦਾ ਸਰਾਣਾ ਜਿਹੜਾ ਹੈ ਸਿਰ ਵਾਲਾ ਪਾਸਾ ਉੱਧਰ ਨੂੰ ਕਰ ਦਿੱਤਾ। ਹੁਣ ਕੁਝ ਸਮਾਂ ਇੱਦਾਂ ਕੀਤਾ ਅਤੇ ਮਹਾਂਪੁਰਖ ਸ਼ਿਮਲਿਓ ਆ ਗਏ। ਆ ਕੇ ਉਹ ਆਪਣੇ ਗੁਰਦੁਆਰਾ ਸੰਧਸਰ ਸਾਹਿਬ ਵਿਖੇ ਨਹੀਂ ਰੁਕੇ ਬਹੁਤਾ ਚਿਰ, ਉਸੇ ਵੇਲੇ ਹੀ ਸ਼ਾਹਪੁਰ ਚਲੇ ਗਏ ਕਿ ਫਤਿਹਦੀਨ ਉਡੀਕਦਾ ਹੈ। ਜਦੋਂ ਇੱਥੇ ਸੰਧਸਰ ਸਾਹਿਬ ਆਉਂਦਿਆਂ ਪਤਾ ਲੱਗਾ ਨਾ, ਅਤੇ ਮਹਾਂਪੁਰਖ ਉਸੇ ਵੇਲੇ ਹੀ ਚਲੇ ਗਏ ਅਤੇ ਜਾ ਕਰਕੇ ਫਤਿਹਦੀਨ ਨੂੰ ਵੇਖਿਆ, ਇਹਦਾ ਸਿਰ ਆਪਣਿਆਂ ਪੱਟਾਂ 'ਤੇ ਰੱਖਿਆ, ਗੋਦੀ 'ਚ ਰੱਖਿਆ ਏ, ਅਤੇ ਇਹ ਦਰਸ਼ਨ ਕਰਕੇ ਮਹਾਂਪੁਰਖਾਂ ਦੇ ਅਤੇ ਅੱਖਾਂ ਮੀਟ ਗਿਆ ਹੈ ਸਦਾ ਵਾਸਤੇ। ਸੋ ਇਸ ਤਰ੍ਹਾਂ ਇਹ ਆਪਣਾ ਜੀਵਨ ਸਫਲ ਕਰਕੇ ਅਤੇ ਗੁਰਪੁਰੀ ਨੂੰ ਚਲਿਆ ਗਿਆ ਹੈ। ਇਹ ਆਪ ਜੀ ਨੇ ਪ੍ਰਸੰਗ ਪਹਿਲਾਂ ਸਰਵਣ ਕੀਤਾ ਹੈ। ਆਓ ਅਗਲਾ ਜਿਹੜਾ ਹੁਣ ਪ੍ਰਸੰਗ ਹੈ ਜਿਵੇਂ ਆ ਰਿਹਾ ਹੈ, ਆਪ ਜੀ ਸਰਵਣ ਕਰੋ ਜੀ। ਸੋ ਸਾਧ ਸੰਗਤ ਜੀ, ਜਦੋਂ ਮਹਾਂਪੁਰਖ ਗੁਰਦੁਆਰਾ ਸੰਧਸਰ ਸਾਹਿਬ ਵਿਖੇ ਰਹਿ ਰਹੇ ਸਨ, 1925 ਦੀ ਗੱਲ ਹੈ। ਸੋ ਇੱਥੇ ਮਹਾਂਪੁਰਖਾਂ ਦੇ ਪਾਸ ਜੱਬੋਵਾਲ ਗੁਰਦੁਆਰਾ ਸੰਧਸਰ ਸਾਹਿਬ ਵਿਖੇ ਇੱਕ ਮਾਈ ਆਈ ਹੈ, ਅਤੇ ਮਾਈ ਦਾ ਨਾਂ ਹੈ ਹਰਕੌਰ। ਇਹ ਜੱਬੋਵਾਲ ਦੀ ਹੈ, ਇਹਦਾ ਨਾਂ ਹੈ ਹਰਕੌਰ। ਅਤੇ ਇਹਨੂੰ ਮਿਰਗੀ ਦਾ ਦੌਰਾ ਪੈਂਦਾ ਸੀਗਾ, ਇਹਨੂੰ ਮਾਤਾ ਨੂੰ ਮਿਰਗੀ ਦਾ ਦੌਰਾ ਪੈਂਦਾ ਹੈ। ਸੋ ਦਿਨ ਵਿੱਚ ਇਹਨੂੰ ਕਈ ਵਾਰ ਇਹ ਦੌਰਾ ਪੈ ਜਾਂਦਾ ਸੀ, ਇਹ ਬੇਹੋਸ਼ ਹੋ ਜਾਂਦੀ ਹੈ।
ਜਦੋਂ ਕਿਤੇ ਮਰਜ਼ੀ ਡਿੱਗ ਪੈਣਾ, ਆਪਣੀ ਨੂੰ ਸੁਰਤ ਨਾ ਰਹਿਣੀ। ਅਤੇ ਆਪ ਜੀ ਜਾਣਦੇ ਹੋ, ਜਿਹਨੂੰ ਮਿਰਗੀ ਪੈਂਦੀ ਹੋਵੇ ਉਹਨੂੰ ਬਾਅਦ ਛਿੱਤਰ ਸੰਘਾਉਂਦੇ ਆ ਅਤੇ ਫੇਰ ਉਹ ਹਟਦੀ ਹੈ। ਉਹ ਨੱਕ ਨੂੰ ਲਾਉਂਦੇ ਆ, ਫਿਰ ਉਹਦਾ ਸਰੀਰ ਨਹੀਂ ਉਹੋ ਜਿਹਾ ਰਹਿ ਜਾਂਦਾ। ਪਤਾ ਨਹੀਂ ਕਿੱਥੇ ਡਿੱਗ ਪੈਣਾ, ਜੇ ਕਿਤੇ ਪਾਣੀ ਵਿੱਚ ਡਿੱਗ ਪਵੇ ਤਾਂ ਉਹ ਵੀ ਖਤਮ ਹੋ ਜਾਂਦਾ ਹੈ ਮਨੁੱਖ। ਇੱਦਾਂ ਉਹ ਮਾਈ ਜਿਹੜੀ ਹੈ ਉਹਨੂੰ ਮਿਰਗੀ ਪੈਂਦੀ ਹੈ। ਉਹਦਾ ਨਾਂ ਹੈ ਮਾਈ ਹਰਕੌਰ, ਜੱਬੋਵਾਲ ਦੀ ਹੈ। ਜਦੋਂ ਉਹਨੂੰ ਮਿਰਗੀ ਪੈਂਦੀ ਹੈ ਉਹ ਬੇਹੋਸ਼ ਹੋ ਜਾਂਦੀ ਹੈ। ਇਹ ਮਹਾਂਪੁਰਖਾਂ ਦੇ ਕੋਲ ਗੁਰਦੁਆਰਾ ਸੰਤਸਾਰ ਸਾਹਿਬ ਆ ਗਈ ਹੈ। ਸੰਗਤਾਂ ਜਦੋਂ ਆਉਂਦੀਆਂ ਨਾ ਮਹਾਂਪੁਰਖਾਂ ਦੇ ਕੋਲ, ਇਹ ਵੀ ਇੱਥੇ ਆ ਗਈ ਹੈ। ਅਜੇ ਇੱਥੇ ਮਹਾਰਾਜ ਦਾ ਪ੍ਰਕਾਸ਼ ਨਹੀਂ ਸੀ ਕੀਤਾ ਹੋਇਆ ਉਦੋਂ। ਅਜੇ ਇੱਕ ਕੋਠੜੀ ਹੈ ਜਿਹੜੀ ਮਹਾਂਪੁਰਖਾਂ ਦੀ ਹੈ, ਬਣਾਈ ਹੋਈ ਹੈ ਰਹਿਣ ਵਾਸਤੇ, ਗੁਫਾ ਬਣਾਈ ਜਿਹੜੀ। ਸੋ ਮਾਈ ਆ ਗਈ ਹੈ ਅਤੇ ਆ ਕੇ ਸੰਤਾਂ ਨੂੰ ਕਹਿਣ ਲੱਗੀ, ਕਹਿੰਦੀ ਸੰਤ ਜੀ, ਲੋਕ ਮਰ ਕੇ ਨਰਕ ਵਿੱਚ ਕਈ ਚਲੇ ਜਾਂਦੇ ਹਨ ਅਤੇ ਮੈਂ ਤਾਂ ਜੀਂਦੇ ਜੀ ਨਰਕ ਵਿੱਚ ਪਈ ਹੋਈ ਹਾਂ। ਮਹਾਂਪੁਰਖੋ, ਮੈਨੂੰ ਤਾਂ ਇਹ ਵੀ ਨਹੀਂ ਪਤਾ ਮੈਂ ਕਿੱਥੇ ਬੇਹੋਸ਼ ਹੋ ਕੇ ਡਿੱਗ ਪੈਣਾ ਹੈ, ਅਤੇ ਪਤਾ ਨਹੀਂ ਮੈਂ ਕਦੋਂ ਡਿੱਗ ਪਈ ਬੇਹੋਸ਼ ਹੋ ਕੇ, ਮੇਰੇ ਕਦੋਂ ਪ੍ਰਾਣ ਨਿਕਲ ਜਾਣੇ, ਅੰਤ ਸਮਾਂ ਕਦੋਂ ਆ ਜਾਣਾ। ਪਤਾ ਹੀ ਕੋਈ ਨਹੀਂ, ਜਿੱਥੇ ਮਰਜ਼ੀ ਡਿੱਗ ਪੈਂਦੀ ਆ ਅਤੇ ਪਤਾ ਕੋਈ ਨਹੀਂ ਕਿਹੜੇ ਵੇਲੇ ਕਿੱਥੇ ਡਿੱਗ ਪਈ ਅਤੇ ਮੇਰੇ ਪ੍ਰਾਣ ਨਿਕਲ ਜਾਣੇ ਹਨ। ਅਤੇ ਨਾਲੇ ਜਿੱਥੇ ਮੈਂ ਮਰਜ਼ੀ ਡਿੱਗ ਪੈਂਦੀ ਹਾਂ ਅਤੇ ਜਦੋਂ ਹੋਸ਼ ਆਉਂਦੀ ਹੈ ਉਦੋਂ ਪਤਾ ਲੱਗਦਾ ਹੈ ਮੇਰੇ ਨਾਲ ਕੀ ਬਣਿਆ ਹੈ। ਉਸ ਵੇਲੇ ਆਖਣ ਲੱਗੀ ਇਹ ਨਰਕ ਵਾਲਾ ਕੰਮ ਹੈ, ਜ਼ਿੰਦਗੀ ਨਰਕ ਬਣੀ ਹੋਈ ਹੈ ਮੇਰੀ, ਵੀ ਆਪਣੇ ਸਰੀਰ ਦੀ ਹੋਸ਼ ਨਾ ਰਹਿਣੀ। ਅਤੇ ਔਰਤ ਹੈ ਵਿਚਾਰੀ, ਜਦੋਂ ਡਿੱਗ ਪਈ ਨਾ ਉਹ ਸਿਰ 'ਤੇ ਚੁੰਨੀ ਰਹਿਣੀ ਹੈ, ਨਾ ਕੁਝ ਆਪਣੀ ਸੋਝੀ ਰਹਿਣੀ ਹੈ, ਪਤਾ ਨਹੀਂ ਕਿੱਥੇ ਡਿੱਗ ਪੈਣਾ। ਸੋ ਇਸ ਤਰ੍ਹਾਂ ਕਹਿਣ ਲੱਗੀ ਇਹ ਨਰਕ ਭਰੀ ਜ਼ਿੰਦਗੀ ਹੈ ਮਹਾਂਪੁਰਖੋ ਮੇਰੀ। ਸੋ ਮਾਈ ਹਰਕੌਰ ਨੇ ਸੋਚਿਆ, ਪਤਾ ਕੀ ਸੀ, ਉਹਨੇ ਸੋਚਿਆ ਵੀ ਇਹ ਦਵਾਈ ਦਾਰੂ ਦੇਣ ਵਾਲੇ ਆ, ਵੀ ਸ਼ਾਇਦ ਕੋਈ ਦਵਾ ਦੇਣ ਵਾਲੇ ਕੋਈ ਹਕੀਮ ਆਏ, ਵੀ ਇਹ ਸੰਤ ਕੋਈ ਹਕੀਮੀ ਕਰਦੇ ਆ ਅਤੇ ਇਹ ਕੋਈ ਦਵਾਈ ਕਰਨ ਵਾਲਾ ਹੀ ਸਾਧੂ ਜਾਣਿਆ ਉਹਨੇ, ਵੀ ਜਿਹੜੀ ਸੰਗਤ ਜਾਂਦੀ ਹੈ ਕੋਈ ਦਵਾਈ ਦਾਰੂ ਦੇਣ ਵਾਲਾ ਹੈ। ਸੰਤਾਂ ਨੂੰ ਇੱਦਾਂ ਜਾਣਿਆ ਵੀ ਕੋਈ ਨਾ ਕੋਈ ਮੈਨੂੰ ਦਵਾਈ ਪੁੜੀ ਦਿਓ ਜਿਹਦੇ ਨਾਲ ਮੈਨੂੰ ਆਰਾਮ ਆ ਜਾਵੇ। ਤੁਸੀਂ ਮਹਾਂਪੁਰਖੋ ਕਿਰਪਾ ਕਰੋ ਮੇਰੇ 'ਤੇ, ਮੇਰਾ ਕੋਈ ਦਵਾ ਦਾਰੂ ਕਰੋ ਜਿਹੜੀ ਦਵਾਈ ਖਾ ਕੇ ਮੈਨੂੰ ਆਰਾਮ ਆ ਜਾਵੇ ਅਤੇ ਮੈਨੂੰ ਮਿਰਗੀ ਪੈਣ ਹਟ ਜਾਵੇ। ਪਰ ਸੰਤ ਜੀ ਨੇ ਫਰਮਾਇਆ, ਕਹਿਣ ਲੱਗੇ ਮਾਈ ਸਾਡੇ ਪਾਸ ਤੇ ਕੋਈ ਦਵਾਈ ਦਾਰੂ ਨਹੀਂ, ਅਸੀਂ ਹਕੀਮ ਨਹੀਂ ਆ, ਵੀ ਅਸੀਂ ਡਾਕਟਰ, ਅਸੀਂ ਹਕੀਮ ਵੈਦ ਨਹੀਂ ਗੇ। ਜੋ ਤੂੰ ਸਾਨੂੰ ਜਾਣਿਆ ਨਾ ਵੀ ਇਹ ਵੈਦ ਹੋਣਗੇ, ਹਕੀਮ ਹੋਣਗੇ, ਅਸੀਂ ਕੋਈ ਦਵਾਈ ਦਾਰੂ ਨਹੀਂ ਕਰਦੇ, ਨਾ ਹੀ ਅਸੀਂ ਹਕੀਮੀ ਕਰਨੀ ਸਿੱਖੀ ਹੈ। ਪਰ ਸਾਡੇ ਪਾਸ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਖਸ਼ਿਸ਼ ਦਾ ਦਾਰੂ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੀ ਬਖਸ਼ਿਸ਼ ਦਾ ਦਾਰੂ ਹੈ, ਅਤੇ ਮਾਈ ਉਹ ਕਰਕੇ ਵੇਖ ਲੈ, ਤੇਰਾ ਭਲਾ ਹੋ ਜਾਵੇਗਾ। ਅਤੇ ਮਹਾਂਪੁਰਖਾਂ ਨੇ, ਸੰਤ ਜੀ ਨੇ, ਸੰਤ ਬਾਬਾ ਗੁਰਬਖਸ਼ ਸਿੰਘ ਜੀ ਨੇ ਜਦੋਂ ਉਹਨੂੰ ਇੰਨੀ ਗੱਲ ਆਖੀ ਅਤੇ ਉਹ ਕਹਿੰਦੀ ਮਹਾਂਪੁਰਖੋ ਜਿਹੜਾ ਤੁਹਾਡੇ ਕੋਲ ਕੋਈ ਦਵਾ ਦਾਰੂ ਹੈਗਾ ਮੈਨੂੰ ਦੇ ਦਿਓ। ਮਹਾਂਪੁਰਖਾਂ ਦੇ ਸਾਡੇ ਕੋਲ ਕੋਈ ਨਹੀਂ ਹੈਗਾ, ਅਸੀਂ ਕੋਈ ਹਕੀਮ ਵੈਦਗੀ ਨਾ ਸਿੱਖੀ ਨਾ ਆਉਂਦੀ ਹੈ, ਨਾ ਕੋਈ ਸਾਡੇ ਪਾਸ ਦਵਾਈ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਹੜੀ ਕਿਰਪਾ ਕਰਦੇ ਆ ਨਾ, ਉਹ ਕਰਕੇ ਵੇਖ ਲੈ, ਜੇ ਕਿਰਪਾ ਹੋ ਜੇ ਮਹਾਰਾਜ ਦੀ ਤਾਂ ਤੈਨੂੰ ਮਿਰਗੀ ਪੈਣ ਵੜ ਜਾਏਗੀ। ਅਤੇ ਉਹ ਕਹਿਣ ਲੱਗੀ ਮਹਾਂਪੁਰਖੋ ਕਿਰਪਾ ਕਰ ਦਿਓ। ਅਤੇ ਸੰਤ ਜੀ ਕਹਿਣ ਲੱਗੇ ਅੰਮ੍ਰਿਤ ਵੇਲੇ ਉੱਠਿਆ ਕਰ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਿਆ ਕਰ,
ਤੇ ਦੂਜੇ ਦਿਨ ਕਹਿਣ ਲੱਗੇ ਕੱਲ੍ਹ ਨੂੰ ਅੰਮ੍ਰਿਤ ਵੇਲੇ ਆਵੀਂ। ਇਸ਼ਨਾਨ ਕਰਕੇ ਨਾ ਅੰਮ੍ਰਿਤ ਵੇਲੇ ਤੇ ਕੱਲ੍ਹ ਨੂੰ ਤੂੰ ਇੱਥੇ ਆਵੀਂ। ਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤਿੰਨਾਂ ਦਾ ਜੋ ਬਖਸ਼ਿਸ਼ ਕੀਤਾ ਮੁਖ ਵਾਕ ਹੈ ਉਹ ਪੜ੍ਹਨਾ ਹੈ। ਤੇ ਉਹ ਕਹਿਣ ਲੱਗੀ ਜੀ ਠੀਕ ਹੈ। ਉਹ ਦੂਜੇ ਦਿਨ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਤੇ ਆ ਗਈ। ਮਾਤਾ ਦੂਜੇ ਦਿਨ ਇਸ਼ਨਾਨ ਕਰਕੇ ਆ ਗਈ। ਜਦੋਂ ਆਈ ਮਹਾਂਪੁਰਖਾਂ ਦੇ ਕੋਲ, ਮਹਾਂਪੁਰਖਾਂ ਨੇ ਉਹਨੂੰ ਕਿਹਾ ਵੀ ਸ਼ਬਦ ਯਾਦ ਕਰ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਸ਼ਬਦ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਕੋਟ ਬਿਗਨ ਲਾਥੇ ਪ੍ਰਭ ਸ਼ਰਣਾ, ਪ੍ਰਗਟੇ ਭਲੇ ਸੰਜੋਗਾ। ਮਹਾਂਪੁਰਖਾਂ ਨੇ ਸ਼ਬਦ ਸੋਰਠ ਰਾਗ ਦਾ ਹੈ। 611 ਅੰਗ 'ਤੇ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਦਰ। ਤੇ ਉਚਾਰਨ ਕਰਕੇ ਉਹ ਮਾਈ ਨੂੰ ਸੁਣਾਇਆ, ਮਾਈ ਆ ਸ਼ਬਦ ਚੇਤੇ ਕਰ। ਮਾਈ ਨੇ ਸ਼ਬਦ ਜਿਹੜਾ ਹੈ ਉਹ ਮਹਾਂਪੁਰਖਾਂ ਦੇ ਨਾਲ ਹੀ ਚੇਤੇ ਕੀਤਾ। ਸੋ ਮਹਾਂਪੁਰਖ ਪੜ੍ਹਾਉਂਦੇ ਹਨ, ਕਹਿੰਦੇ ਮਾਈ ਇਹ ਸ਼ਬਦ ਨੂੰ ਚੇਤੇ ਕਰ। ਜਦੋਂ ਸ਼ਬਦ ਚੇਤੇ ਕਰ ਰਹੀ ਹੈ ਮਾਈ, ਸੋਰਠ ਮਹੱਲਾ ਪੰਜਵਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਕਹਿਣ ਲੱਗੇ ਮਾਈ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਤੇ ਆਪਣੇ ਉਸ ਪ੍ਰਭੂ ਦਾ, ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਿਆ ਕਰ। ਤੇਰਾ ਮਨ ਤੇ ਤਨ ਦੋਵੇਂ ਹੀ ਅਰੋਗ ਹੋ ਜਾਣਗੇ। ਤੂੰ ਤਨ ਦੀ ਗੱਲ ਕਰਦੀ, ਮਨ ਵੀ ਅਰੋਗ ਹੋ ਜਾਵੇਗਾ। ਜਿਹਦੀ ਕਿਸੇ ਹਕੀਮ ਵੈਦ ਕੋਲ ਦਵਾਈ ਨਹੀਂ ਹੈਗੀ, ਮਨ ਦੀ ਦਵਾਈ ਕਿਸੇ ਹਕੀਮ ਕੋਲ ਨਹੀਂ ਹੈਗੀ, ਕਿਸੇ ਵੈਦ ਕੋਲ ਨਹੀਂ ਹੈਗੀ। ਉਹ ਕੇਵਲ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਿਰਪਾ ਕਰ ਰਹੇ ਆ ਵੀ ਮਨ ਵੀ ਅਰੋਗ ਹੋ ਜਾਊਗਾ, ਤਨ ਵੀ ਅਰੋਗ ਹੋ ਜਾਵੇਗਾ। ਤੇ ਕੋਟ ਬਿਗਨ ਲਾਥੇ ਪ੍ਰਭ ਸਰਣਾ, ਪ੍ਰਗਟੇ ਭਲੇ ਸੰਜੋਗਾ। ਤੇ ਮਹਾਂਪੁਰਖ ਕਹਿੰਦੇ ਫਿਰ ਇੱਦਾਂ ਕਰਿਆ ਕਰੀ, ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਤੇ ਫਿਰ ਆਇਆ ਕਰੀ ਸਤਿਗੁਰੂ ਜੀ ਦੇ ਘਰ। ਤੇ ਗੁਰਦੁਆਰਾ ਸਾਹਿਬ ਹੈ ਨਾ, ਗੁਰਦੁਆਰਾ ਸਾਹਿਬ ਜਾਇਆ ਕਰੀ, ਜਾ ਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਿਆ ਕਰੀ। ਤੇ ਦਰਸ਼ਨ ਕਰਨ ਦੇ ਨਾਲ ਕੀ ਹੋਵੇਗਾ, ਕੋਟ ਬਿਗਨ ਲਾਥੇ ਪ੍ਰਭ ਸ਼ਰਣਾ, ਪ੍ਰਗਟੇ ਭਲੇ ਸੰਜੋਗਾ। ਮਹਾਂਪੁਰਖ ਕਹਿੰਦੇ ਪ੍ਰਭੂ ਦੀ ਸ਼ਰਨ ਵਿੱਚ ਜਾਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸ਼ਰਨ ਵਿੱਚ ਜਾਣ ਦੇ ਨਾਲ ਜੀਵਨ ਦੇ ਰਾਹ ਵਿੱਚ ਆਉਣ ਵਾਲੀਆਂ ਕਰੋੜਾਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ। ਤੇ ਪ੍ਰਭੂ ਨਾਲ ਮਿਲਾਪ ਤੇ ਚੰਗੇ ਅਵਸਰ ਉਗੜ ਪੈਂਦੇ ਹਨ। ਕੋਟ ਬਿਗਨ ਹੁੰਦੇ ਕਰੋੜਾਂ ਹੀ ਬਿਗਨ, ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਕਰੋੜਾਂ ਹੀ ਬਿਗਨ ਜਿਹੜੇ ਆ ਨਾ ਲਾਥੇ ਪ੍ਰਭ ਸ਼ਰਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਦੋਂ ਸ਼ਰਨ ਵਿੱਚ ਜਾਵੇਗੀ ਨਾ ਤੇ ਮਾਤਾ ਗੁਰੂ ਸਾਹਿਬ ਜੀ ਦੇ ਕੋਲ ਜਾਣ ਦੇ ਨਾਲ ਕਰੋੜਾਂ ਹੀ ਬਿਗਨ ਜਿਹੜੇ ਉਹ ਦੂਰ ਹੋ ਜਾਣਗੇ, ਉਹ ਲੱਥ ਜਾਣਗੇ। ਪ੍ਰਗਟੇ ਭਲੇ ਸੰਜੋਗਾਂ ਦੇ ਚੰਗੇ ਸੰਜੋਗ ਜਿਹੜੇ ਉਹ ਬਣ ਜਾਣਗੇ। ਸੋ ਮਹਾਂਪੁਰਖ ਇੱਦਾਂ ਉਹ ਮਾਤਾ ਨੂੰ ਇਹ ਸ਼ਬਦ ਉਚਾਰਨ ਕਰਕੇ ਅਰਥਾਂ ਸਮੇਤ ਸਮਝਾਉਣ ਡਏ ਆ ਵੀ ਆ ਮਨ ਵਿੱਚ ਵਸਾ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਕਿ ਗੁਰੂ ਨੇ ਆਪਣਾ ਸ਼ਬਦ ਜਿਹੜਾ ਸੋਹਣਾ ਉਚਾਰਿਆ ਹੋਇਆ ਹੈ ਨਾ, ਇਹ ਸ਼ਬਦ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਹੈ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਜਿਹੜਾ ਉਚਾਰਨ ਕੀਤਾ ਹੋਇਆ, ਸੋਹਣਾ ਸ਼ਬਦ ਉਚਾਰਨ ਕੀਤਾ ਹੋਇਆ ਸਿਫਤ ਸਲਾਹ ਦਾ। ਗਾਵੋ ਸੁਣੋ ਪੜ੍ਹੋ ਨਿਤ ਭਾਈ, ਗੁਰ ਪੂਰੈ ਤੂੰ ਰਾਖਿਆ। ਕਿ ਸ਼ਬਦ ਨੂੰ ਸਦਾ ਹੀ ਗਾਉਂਦੇ ਰਹੋ, ਸੁਣਦੇ ਰਹੋ, ਪੜ੍ਹਦੇ ਰਹੋ। ਜੇ ਇਹ ਉਦਮ ਕਰਦਾ ਜੇ ਕਰਿਆ ਕਰੇਗੀ ਨਾ
ਤਾਂ ਯਕੀਨ ਰੱਖੀ ਪੂਰੇ ਗੁਰੂ ਨੇ ਤੈਨੂੰ ਜੀਵਨ ਵਿੱਚ ਆਉਣ ਵਾਲੀਆਂ ਰੁਕਾਵਟਾਂ ਤੋਂ ਸਮਝਦੀ ਬਚਾ ਲਿਆ। ਤੇਰੀ ਮਿਰਗੀ ਪੈਣੋਂ ਹਟ ਜਾਵੇਗੀ। ਸਾਚਾ ਸਾਹਿਬ ਅਮਿਤ ਵਡਾਈ ਭਗਤ ਵਸ਼ਲ ਦਇਆਲਾ, ਸੰਤਾਂ ਕੀ ਪੈਜ ਰੱਖਦਾ ਆਇਆ, ਆਦ ਬਿਰਧ ਪ੍ਰਤਪਾਲਾ। ਕਹਿਣ ਲੱਗੇ ਮਾਤਾ ਹਰਕੌਰ ਨੂੰ ਕਹਿੰਦੇ, ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ। ਸੋ ਉਹਦੀ ਜਿਹੜੀ ਬਜ਼ੁਰਗੀ ਹੈ ਇਹ ਮਿਣੀ ਨਹੀਂ ਜਾ ਸਕਦੀ। ਉਹ ਭਗਤੀ ਨਾਲ ਪ੍ਰੇਮ ਕਰਨ ਵਾਲਾ ਹੈ, ਉਹ ਦਇਆ ਦਾ ਸੋਮਾ ਹੈ, ਅੰਮ੍ਰਿਤ ਵਡਾਈ ਹੈ। ਸੋ ਭਗਤ ਵਸ਼ਲ ਦਇਆਲਾ, ਉਹ ਦਿਆਲੂ ਹੈ, ਕਿਰਪਾਲੂ ਹੈ, ਸਦਾ ਕਾਇਮ ਰਹਿਣ ਵਾਲਾ ਹੈ ਅਤੇ ਉਹਦੀ ਵਡਿਆਈ ਵੀ ਸਦਾ ਰਹਿਣ ਵਾਲੀ ਹੈ। ਸੋ ਐਸਾ ਜੋ ਅਕਾਲ ਪੁਰਖ ਵਾਹਿਗੁਰੂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਉਹ ਆਪਣਿਆਂ ਸੰਤਾਂ ਦੀ ਪੈਜ ਰੱਖਦਾ ਹੈ, ਇੱਜ਼ਤ ਰੱਖਦਾ ਹੈ, ਸਦਾ ਤੋਂ ਹੀ ਰੱਖਦਾ ਆਇਆ ਹੈ। ਸੰਤਾਂ ਕੀ ਪੈਜ ਰੱਖਦਾ ਆਇਆ, ਆਦ ਬਿਰਧ ਪ੍ਰਤਪਾਲਾ। ਆਪਣਾ ਇਹ ਮੁੱਢ ਕਦੀਮਾਂ ਦਾ ਸੁਭਾਅ ਉਹ ਸ਼ੁਰੂ ਤੋਂ ਹੀ ਪਾਲਦਾ ਆਇਆ ਹੈ। ਉਹਦਾ ਸ਼ੁਰੂ ਤੋਂ ਸੁਭਾਅ ਹੈ, ਉਹਦਾ ਇਹ ਧਰਮ ਹੈ, ਉਹ ਆਦ ਤੋਂ ਹੀ ਜਿਹੜਾ ਹੈ ਉਹ ਪ੍ਰਤਪਾਲਣਾ ਆਪਣਿਆਂ ਸੇਵਕਾਂ ਦੀ, ਸੰਤਾਂ ਦੀ ਕਰਦਾ ਆਇਆ ਹੈ, ਸ਼ੁਰੂ ਤੋਂ ਹੀ ਪਾਲਦਾ ਆਇਆ ਹੈ, ਸੰਤਾਂ ਕੀ ਪੈਜ ਰੱਖਦਾ ਆਇਆ, ਆਦ ਬਿਰਧ ਪ੍ਰਤਪਾਲਾ। ਸੋ ਐਸਾ ਜਿਹੜਾ ਉਹ ਵਾਹਿਗੁਰੂ ਹੈ, ਹਰ ਅੰਮ੍ਰਿਤ ਨਾਮ ਭੋਜਨ ਨਿਤ ਭੁੰਚੋ, ਸਰਬ ਵੇਲਾ ਮੁਖ ਪਾਵੋ, ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵੋ। ਪਰਮਾਤਮਾ ਦਾ ਜਿਹੜਾ ਨਾਮ ਹੈ ਨਾ, ਹਰ ਅੰਮ੍ਰਿਤ ਨਾਮ ਭੋਜਨ ਨਿਤ ਭੁੰਚੋ, ਇਹ ਨਾਮ ਆਤਮਿਕ ਜੀਵਨ ਦੇਣ ਵਾਲਾ ਹੈ। ਇਹ ਆਤਮਿਕ ਖੁਰਾਕ ਸਦਾ ਖਾਂਦੇ ਰਹੋ। ਸਰਬ ਵੇਲਾ ਮੁਖ ਪਾਵੋ, ਹਰ ਵੇਲੇ ਆਪਣੇ ਮੁਖ ਵਿੱਚ ਪਾਉਂਦੇ ਰਹੋ, ਭਾਵੇਂ ਪੜ੍ਹਦੇ ਰਹੋ, ਗੁਰਬਾਣੀ ਉਚਾਰਨ ਕਰਦੇ ਰਹੋ। ਉਹਦੇ ਨਾਲ ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵੋ। ਗੋਬਿੰਦ ਦੇ ਗੁਣ ਸਦਾ ਗਾਉਣ ਦੇ ਨਾਲ ਆਤਮਿਕ ਜੀਵਨ ਨੂੰ ਨਾ ਤੇ ਫਿਰ ਬੁਢੇਪਾ, ਜਰਾ ਬੁਢੇਪਾ ਆਉਂਦਾ ਏ, ਨਾ ਮਰਾ ਮੌਤ ਆਉਂਦੀ ਹੈ, ਅਤੇ ਹਰੇਕ ਦੁੱਖ ਕਲੇਸ਼ ਤੋਂ ਤਾਪ ਸਭ ਦੂਰ ਹੋ ਜਾਂਦੇ ਹਨ ਉਸ ਵਾਹਿਗੁਰੂ ਅਕਾਲ ਪੁਰਖ ਦੇ ਗੁਣ ਨਿਤ ਗਾਉਣ ਦੇ ਨਾਲ। ਸੋ ਇਸ ਕਰਕੇ ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣ ਆਈ, ਪ੍ਰਗਟ ਭਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਸੁਣੀ ਅਰਦਾਸ ਸੁਆਮੀ ਮੇਰੇ, ਜਿਸ ਵੀ ਮਨੁੱਖ ਨੇ ਗੁਰੂ ਦੇ ਸ਼ਬਦ ਦਾ ਆਸਰਾ ਲੈ ਕੇ ਪ੍ਰਭੂ ਦਾ ਨਾਮ ਜਪਿਆ ਹੈ ਨਾ, ਅਤੇ ਮੇਰੇ ਮਾਲਕ ਨੇ ਉਸ ਦੀ ਅਰਦਾਸ ਸੁਣ ਲਈ, ਕਰੋੜਾਂ ਵਿਘਨਾਂ ਦਾ ਟਾਕਰਾ ਕਰਨ ਲਈ ਉਹਦੇ ਅੰਦਰ ਪੂਰੀ ਜਿਹੜੀ ਤਾਕਤ ਪੈਦਾ ਕਰ ਦਿੱਤੀ। ਸੋ ਇਸ ਕਰਕੇ ਉਹਦੇ ਅੰਦਰ ਜਿਹੜੀ ਉਹ ਤਾਕਤ ਪੈਦਾ ਹੋ ਜਾਂਦੀ ਹੈ, ਪ੍ਰਗਟ ਭਈ ਸਗਲੇ ਜੋਗੰਤਰ, ਗੁਰੂ ਨਾਨਕ ਕੀ ਵਡਿਆਈ। ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਮੋਹਰ ਲਾ ਕੇ ਸਤਿਗੁਰੂ ਜੀ ਫਰਮਾਨ ਕਰਦੇ ਆ, ਗੁਰੂ ਦੀ ਇਹ ਅਜ਼ਮਤ ਸਾਰੇ ਯੁੱਗਾਂ ਵਿੱਚ ਹੀ ਪ੍ਰਤੱਖ ਜਿਹੜੀ ਉਗੜ ਰਹਿੰਦੀ ਹੈ। ਪ੍ਰਗਟ ਭਈ ਸਗਲੇ ਯੁਗ ਅੰਤਰ, ਸਾਰਿਆਂ ਯੁੱਗਾਂ ਦੇ ਵਿੱਚ ਗੁਰੂ ਨਾਨਕ ਕੀ ਵਡਿਆਈ। ਸੋ ਇਹ ਅਕਾਲ ਪੁਰਖ ਦੀ ਵਡਿਆਈ ਹੈ। ਉਹ ਆਪਣਿਆਂ ਭਗਤਾਂ ਦੀ, ਆਪਣਿਆਂ ਸੰਤਾਂ ਦੀ ਪੈਜ ਰੱਖਦਾ ਹੈ। ਅਤੇ ਮਹਾਂਪੁਰਖ ਕਹਿਣ ਲੱਗੇ, ਮਾਈ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਸਿਮਰਨ ਕਰਿਆ ਕਰ, ਆ ਸ਼ਬਦ ਦਾ ਉਚਾਰਨ ਕਰ, ਅਤੇ ਇਹ ਉਚਾਰਨ ਕਰਕੇ ਇਹਨੂੰ ਚੇਤਾ ਰੱਖ ਵੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੋ ਕਹਿੰਦੇ ਆ ਨਾ, ਇਹਦੇ 'ਤੇ ਚੱਲਣਾ ਹੈ। ਚੰਗੀ ਤਰ੍ਹਾਂ ਮਹਾਂਪੁਰਖਾਂ ਨੇ ਉਹਨੂੰ ਸਮਝਾਇਆ, ਕਿਉਂਕਿ ਆਪਾਂ ਹੁਣ ਜੇ ਕਥਾ ਕਰ ਰਹੇ ਹਾਂ ਬਿਲਕੁਲ ਸਿੰਪਲ ਤਰੀਕੇ ਦੇ ਨਾਲ, ਪਰ ਮਹਾਂਪੁਰਖ ਜਿਹੜੇ ਸੀ ਉਹ ਸਤਿਗੁਰੂ ਜੀ ਦੀ ਗੁਰਬਾਣੀ ਪੜ੍ਹ ਕੇ ਅਤੇ ਸਿਮਰਨ ਕਰਕੇ ਉਹ ਐਸਾ ਇੱਕ ਉਪਦੇਸ਼ ਦਿੰਦੇ, ਜਿਹੜਾ ਉਪਦੇਸ਼ ਦਿੰਦੇ ਅਗਲੇ ਦੇ ਮਨ ਵਿੱਚ ਵਸ ਜਾਂਦਾ ਸੀਗਾ, ਕਿਉਂਕਿ ਬੰਦਗੀ ਕਰਦੇ ਸੀ ਨਾ, ਅਤੇ ਇੰਨੇ ਪ੍ਰੇਮ ਦੇ ਨਾਲ, ਇੰਨੇ ਸੌਖੇ ਤਰੀਕੇ ਨਾਲ ਅਗਲੇ ਨੂੰ ਸਮਝਾਉਂਦੇ ਸੀ, ਉਹਦੇ ਮਨ ਵਿੱਚ ਹੀ ਉਹ ਗੱਲ ਵੜ ਜਾਂਦੀ ਸੀ। ਸੋ ਉਹਨੂੰ ਬੜੇ ਤਰੀਕੇ ਦੇ ਨਾਲ ਸਮਝਾ ਰਹੇ ਆ
ਮਹਾਂਪੁਰਖ ਕਹਿੰਦੇ ਸਰੀਰ ਦੀ ਮੈਲ ਉਤਰਦੀ ਹੈ ਇਸ਼ਨਾਨ ਕਰਨ ਦੇ ਨਾਲ। ਸਰੀਰ ਜਿਹੜਾ ਹੈ ਉਹ ਸਵੱਛ ਹੋ ਜਾਂਦਾ ਹੈ। ਬੰਦਾ ਇਸ਼ਨਾਨ ਕਰਦਾ ਹੈ ਕਿਉਂਕਿ ਉਹ ਮੈਲੇ ਉੱਤੇ ਘੱਟਾ ਪੈਂਦਾ ਹੈ, ਸਰੀਰ ਮੈਲਾ ਹੁੰਦਾ ਹੈ। ਇਸ਼ਨਾਨ ਕਰਦਾ ਹੈ ਅਤੇ ਉਹਦੇ ਨਾਲ ਜਿਹੜੀ ਹੈ ਉਹ ਸਰੀਰ ਤਨ ਦੀ ਮੈਲ ਜਿਹੜੀ ਉਹ ਲੈ ਜਾਂਦੀ ਹੈ, ਉਤਰ ਜਾਂਦੀ ਹੈ। ਕਿ ਜਦੋਂ ਮਨੁੱਖ ਸਿਮਰਨ ਕਰਦਾ ਹੈ ਨਾ, ਉਹਦੇ ਨਾਲ ਮਨ ਦੀ ਮੈਲ ਜਿਹੜੀ ਉਹ ਕੱਟੀ ਜਾਂਦੀ ਹੈ। ਮਾਨਸਿਕ ਤੌਰ 'ਤੇ ਮਨੁੱਖ ਜਿਹੜਾ ਉਹ ਅਰੋਗ ਹੋ ਜਾਂਦਾ ਹੈ। ਸੋ ਹੁਣ ਮਹਾਂਪੁਰਖ ਦੱਸਦੇ ਆ ਵੀ ਜਦੋਂ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਰਾਤ ਨੂੰ ਮਨੁੱਖ ਸੁੱਤਾ ਹੁੰਦਾ ਹੈ, ਕਹਿੰਦੇ ਸੁੱਤਾ ਮੋਇਆ ਇੱਕ ਬਰਾਬਰ। ਸੋ ਸਵੇਰੇ ਉੱਠਿਆ ਸਮਝ ਲਓ ਵੀ ਇੱਕ ਵਾਰੀ ਮੋਏ ਵਾਂਗ ਹੀ ਉੱਠਦੇ ਆ। ਰਾਤ ਕੋਈ ਪਤਾ ਨਹੀਂ ਆਪਾਂ ਕਿੱਥੇ ਪਏ ਹਾਂ। ਇਸ਼ਨਾਨ ਕੀਤਾ, ਜਿਹੜਾ ਸਰੀਰ ਹੈ ਚੁਸਤ ਫੁਰਤ ਹੋ ਗਿਆ, ਉਹ ਜਿਹੜਾ ਆਲਸ ਉਹ ਲੈ ਗਿਆ, ਕੋਈ ਸਰੀਰ ਨੂੰ ਮੈਲ ਲੱਗੀ ਹੈ ਉਹ ਲੈ ਗਈ। ਉਦੋਂ ਬਾਅਦ 'ਚ ਮਹਾਂਪੁਰਖ ਕਹਿੰਦੇ ਵੀ ਸਿਮਰਨ ਕਰਨਾ, ਮਾਈ ਸਿਮਰਨ ਕਰਿਆ ਕਰੀ। ਸਿਮਰਨ ਕਰਨ ਦੇ ਨਾਲ ਤੇਰੇ ਮਨ ਦੀ ਜਿਹੜੀ ਉਹ ਮੈਲ ਉਹ ਵੀ ਦੂਰ ਹੋ ਜਾਵੇਗੀ। ਜਨਮ ਜਨਮ ਕੀ ਇਸ ਮਨ ਕੋ ਮਰ ਲਾਗੀ, ਕਾਲਾ ਹੋਆ ਸਿਆਹੋ। ਜਨਮਾਂ ਜਨਮਾਂ ਦੀ ਇਹਨੂੰ ਮੈਲ ਲੱਗੀ ਆਉਂਦੀ ਹੈ। ਸੋ ਹੁਣ ਜਨਮਾਂ ਜਨਮਾਂ ਦੀ ਮੈਲ ਕਿਵੇਂ ਲੱਗੀ? ਜਿਵੇਂ ਹੁਣ ਤਾਂ ਆਪਾਂ ਵੇਖਿਆ ਵੀ ਆਹ ਜਨਮ ਹੈ, ਇਹਦੇ ਵਿੱਚ ਤਾਂ ਆਪਾਂ ਜੋ ਕੁਝ ਕੀਤਾ ਉਹ ਅਗਲੀ ਵਾਰੀ ਕੱਟਿਆ ਗਿਆ, ਅਤੇ ਉਹ ਜਨਮਾਂ ਜਨਮਾਂ ਦੀ ਮੈਲ ਕਿਵੇਂ ਤੁਰੀ ਆਉਂਦੀ ਹੈ। ਹੁਣ ਆਪਾਂ ਇਸ ਜਨਮ ਦੇ ਵਿੱਚ ਜਿੰਨੇ ਕਰਮ ਕੀਤੇ ਨਾ, ਉਹਦੇ ਵਿੱਚੋਂ ਆਪਾਂ ਨਾ ਇੱਕ ਕਰਮ ਜਿਹੜਾ ਉਹਦੀ ਸਜ਼ਾ ਮਿਲਣੀ ਹੈ। ਜੇ ਚੰਗਾ ਕੀਤਾ ਚੰਗੀ, ਅਤੇ ਜਾਂ ਮਾੜਾ ਕਰਮ ਗਾੜੀ ਆ ਗਿਆ ਅਤੇ ਮਾੜਾ ਉਹ ਇੱਕ ਵਾਰੀ ਉਹ ਕਾਰਜ ਹੋਣਾ ਜਿਹੜਾ ਅਖੀਰ 'ਤੇ ਹੋ ਗਿਆ। ਅਖੀਰ 'ਤੇ ਸੁਰਤੀ ਵਰਤੀ ਜਿਹਨੂੰ ਹੋ ਗਈ। ਹੁਣ ਬਾਕੀ ਜਿਹੜੇ ਉਹ 100 ਦੇ ਵਿੱਚੋਂ ਜੇ 100 ਕੀਤਾ ਤਾਂ 99 ਤਾਂ ਬਾਕੀ ਰਹਿ ਗਏ ਨਾ। ਇਸੇ ਤਰ੍ਹਾਂ ਉਹ ਨਾਲ ਹੀ ਤੁਰੇ ਆਉਂਦੇ ਆ, ਉਹ ਮੁੱਕਣ ਨਹੀਂ ਦਿੰਦੇ। ਲੇਖਾ ਤਾਂ ਹੀ ਨਹੀਂ ਮੁੱਕਦਾ ਕਿ ਤਾਂ ਸਤਿਗੁਰੂ ਜੀ ਦੀ ਗੁਰਬਾਣੀ ਕਹਿੰਦੇ ਲੇਖੇ ਕਦੇ ਨਾ ਛੁੱਟੀਐ, ਖਿਨ ਖਿਨ ਭੁੱਲਣ ਹਾਰ, ਬਖਸ਼ਨਾਰ ਬਖਸ਼ ਲੈ ਨਾਨਕ ਪਾਰ ਉਤਾਰ। ਅਤੇ ਪਾਰ ਉਤਾਰਾ ਤਾਂ ਉਦੋਂ ਹੀ ਹੁੰਦਾ ਜਦੋਂ ਆਪਾਂ ਨਾਨਕ ਨਦਰੀ ਨਦਰ ਨਿਹਾਲ, ਜਦੋਂ ਉਹਦੀ ਨਦਰ ਵਿੱਚ ਪ੍ਰਵਾਨ ਹੋ ਜਾਵਾਂਗੇ ਨਾ, ਉਦੋਂ ਹੀ ਜਾ ਕੇ ਆਪਾਂ ਨੂੰ ਮੁਕਤੀ ਮਿਲਣੀ ਹੈ। ਨਦਰੀ ਮੋਖ ਦੁਆਰ, ਜਦੋਂ ਉਹਦੀ ਨਦਰ ਵਿੱਚ ਆ ਜਾਵਾਂਗੇ। ਲੇਖਿਆਂ ਨਾਲ ਨਹੀਂ ਆਪਾਂ ਛੁੱਟ ਸਕਦੇ, ਕਿਉਂਕਿ ਆਪਾਂ ਤਾਂ ਮਿੰਟ ਬਾਅਦ ਭੁੱਲ ਜਾਂਦੇ ਹਾਂ। ਇਸ ਕਰਕੇ ਆਪਾਂ ਲੇਖਿਆਂ ਨਾਲ ਨਹੀਂ ਛੁੱਟ ਸਕਦੇ। ਇੱਦਾਂ ਉਹ ਜਿਹੜੀ ਮੈਲ ਹੈ ਨਾ, ਇਹ ਵਿਦਾਂਤ ਪੜ੍ਹਦਿਆਂ ਪੜ੍ਹਾਇਆ ਜਾਂਦਾ, ਉਹ 'ਚ ਆਉਂਦਾ ਇਹ ਵਿਚਾਰਮਾਲਾ ਗ੍ਰੰਥ ਵਿੱਚ ਵੀ ਇਹ ਜਿਹੜੇ ਕਰਮ ਹੈ ਨਾ, ਇਹ ਜਿਹੜੇ ਪਿਛਲੇ ਆ ਉਹ ਗਾੜੀ ਆਈ ਜਾਂਦੇ ਆ। ਹੁਣ ਕਹਿੰਦੇ ਨਾ ਕਈ ਵਾਰੀ ਆ ਲੈ ਵੀ ਕੋਈ ਚੰਗਾ ਕਰਮ ਗਾੜੀ ਆ ਗਿਆ ਏ, ਬੰਦਾ ਕਦੇ ਮਰਦਾ ਬਾਜੇ ਨਾ, ਕਹਿੰਦੇ ਇਹਦਾ ਕੋਈ ਚੰਗਾ ਕਰਮ ਗਾੜੀ ਆ ਗਿਆ ਏ। ਜੇ ਕੋਈ ਨੁਕਸਾਨ ਹੋ ਜਾਏ ਕਹਿੰਦੇ ਲੈ ਕੋਈ ਮਾੜਾ ਕਰਮ ਗਾੜੀ ਆ ਗਿਆ। ਉਹ ਇੱਦਾਂ ਹੀ ਆਉਂਦੇ ਆ, ਉਹ ਪੁਰਾਣੇ ਤੁਰੇ ਆਉਂਦੇ ਆ। ਕਿਉਂ ਜਿਹੜੇ ਐਤਕਾਂ ਆਪਾਂ ਕਰ ਲਏ ਕਿਤੇ ਸਾਰਿਆਂ ਦਾ ਲੇਖਾ ਥੋੜ੍ਹਾ ਹੋ ਜਾਣਾ। ਉਹ ਜਿਹੜੇ ਲੇਖੇ ਤੋਂ ਬਚ ਗਏ ਉਹ ਅਗਲੀ ਵਾਰੀ ਪਾ ਦੇਣੇ ਵੀ ਤੁਰਿਆ ਚੱਲ। ਸੋ ਇਹ ਪੜ੍ਹਾਇਆ ਜਾਂਦਾ, ਉੱਥੇ ਵਿਦਾਨ ਦੀ ਪੜ੍ਹਾਈ ਵਿੱਚ ਇਹ ਕੁਝ ਪੜ੍ਹਾਇਆ ਜਾਂਦਾ ਹੈ। ਉਦਾਸੀ ਨਿਰਮਲੇ ਸੰਤ ਪੜ੍ਹਾਉਂਦੇ ਆ। ਸੋ ਇੱਦਾਂ ਮਹਾਂਪੁਰਖ ਕਹਿਣ ਲੱਗੇ ਕਿ ਜੋ ਅੰਮ੍ਰਿਤ ਵੇਲੇ ਫਿਰ ਸਿਮਰਨ ਕਰੇਗੀ ਨਾ, ਉਹਦੇ ਨਾਲ ਮਨ ਦੀ ਮੈਲ ਕੱਟੀ ਜਾਵੇਗੀ। ਅਤੇ ਨਾਲ ਸਿਮਰਨ ਦੇ ਕਾਰਨ ਜੋ ਸਿਮਰਨ ਕਰੇਗੀ, ਜਿਹੜਾ ਮਾਨਸਿਕ ਤੌਰ 'ਤੇ ਤੇਰਾ ਮਨ ਅਰੋਗ ਹੈ ਨਾ, ਤੇਰਾ ਰੋਗਾਂ ਦਾ ਭਰਿਆ ਏ, ਉਹ ਅਰੋਗ ਹੋ ਜਾਵੇਗਾ। ਮਾਨਸਿਕ ਤੌਰ 'ਤੇ ਵੀ ਤੂੰ ਸਹੀ ਹੋ ਜਾਵੇਂਗੀ। ਸੋ ਮਹਾਂਪੁਰਖਾਂ ਨੇ ਉਹਨੂੰ ਇਹ ਸ਼ਬਦ ਦਾ ਜਾਪ ਕਰਨ ਵਾਸਤੇ ਕਿਹਾ ਵੀ ਇਹ ਸ਼ਬਦ ਦਾ ਰੋਜ਼ਾਨਾ ਜਾਪ ਕਰ, ਚੇਤਾ ਨਹੀਂ ਭੁਲਾਉਣਾ। ਇਹ ਸ਼ਬਦ ਦੇ ਕਹੇ ਅਤੇ ਜਿਵੇਂ ਗੁਰੂ ਅਰਜਨ ਸਾਹਿਬ ਜੀ ਕਹਿ ਰਹੇ ਉਹ ਵੀ ਚੱਲਣਾ ਵੀ ਹੈ। ਅਤੇ ਨਾਲ ਸਿਮਰਨ ਗੁਰ ਮੰਤਰ ਦਾ ਕਰਨਾ ਹੈ। ਫਿਰ ਸਿਮਰਨ ਦੀ ਰੀਤੀ ਵੀ ਸਮਝਾਈ ਵੀ ਕਿਹੜੇ ਰੀਤ ਨਾਲ ਕਰਨਾ ਹੈ। ਮਹਾਂਪੁਰਖਾਂ ਨੇ ਇਹਨੂੰ ਕਿਹਾ ਵੀ ਸਵੇਰੇ ਜਦੋਂ ਇਸ਼ਨਾਨ ਕਰ ਲਿਆ, ਸ਼ਬਦ ਦਾ ਜਾਪ ਕਰਨਾ ਹੈ। ਉਪਰੰਤ ਸਿਮਰਨ ਕਰਨਾ, ਵਾਹਿਗੁਰੂ ਵਾਹਿਗੁਰੂ। ਸਾਹ ਸਗਲਾਸ ਜਪਣਾ ਹੈ, ਸਾਹ ਅੰਦਰ ਖੜਨਾ ਹੈ, ਵਾਹਿ ਬਾਹਰ ਕੱਢਣਾ ਹੈ ਗੁਰੂ, ਵਾਹਿਗੁਰੂ ਵਾਹਿਗੁਰੂ। ਇੱਦਾਂ ਮਾਤਾ ਨੂੰ ਕਿਹਾ ਵੀ ਸਿਮਰਨ ਕਰਿਆ ਕਰੀ, ਮਿਰਗੀ ਤੇਰੀ ਦੂਰ ਹੋ ਜਾਵੇਗੀ। ਇਹ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰ ਦੇਣਗੇ। ਮੈਂ ਕੋਈ ਵੈਦ ਹਕੀਮ ਨਹੀਂ ਹਾਂ, ਮੇਰੇ ਕੋਲ ਕੋਈ ਦਵਾਈ ਦਾਰੂ ਨਹੀਂ ਹੈ, ਪਰ ਗੁਰੂ ਅਰਜਨ ਸਾਹਿਬ ਜੀ ਠੀਕ ਮਾਤਾ ਕਰ ਸਕਦੇ ਆ। ਸੁਣ ਜਦੋਂ ਇੱਦਾਂ ਦੱਸਿਆ ਅਤੇ ਮਾਤਾ ਨੇ ਇਸੇ ਤਰ੍ਹਾਂ ਕੀਤਾ। ਮਾਤਾ ਹਰ ਕੌਰ ਨੇ
ਉਹ ਮਾਈ ਨੇ ਪ੍ਰੇਮ ਦੇ ਨਾਲ ਇਸ ਨੇਮ ਨੂੰ ਨਿਭਾਉਣ ਦਾ ਪ੍ਰਣ ਕਰ ਲਿਆ। ਰੋਜ਼ਾਨਾ ਹੀ ਉਹਨੇ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਤੇ ਪਹਿਲਾਂ ਤੇ ਉਹਨੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਰੋਗਾ ਸਿਮਰਨ ਕਰ ਪੜ੍ਹਨਾ। ਪਹਿਲਾਂ ਪੜ੍ਹ ਕੇ ਉਦੋਂ ਬਾਅਦ ਵਿੱਚ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਸ਼ੁਰੂ ਕਰਨਾ। ਵਾਹਿਗੁਰੂ 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 ਕਰਨਾ ਜਦੋਂ ਸ਼ੁਰੂ ਕਰ ਦਿੱਤਾ ਤੇ ਵਾਹਿਗੁਰੂ ਨੇ ਆਪਣੇ ਨਾਮ ਦੀ ਲੱਜਾ ਪਾਲੀ। ਗਿੱਦਣ ਤੋਂ ਉਹਨੇ ਸ਼ੁਰੂ ਕਰਤਾ। ਉਸ ਦਿਨ ਤੋਂ ਪਿੱਛੋਂ ਉਸ ਮਾਤਾ ਹਰ ਕੌਰ ਨੂੰ ਬਾਅਦ ਵਿੱਚ ਮਿਰਗੀ ਦਾ ਦੌਰਾ ਨਹੀਂ ਪਿਆ, ਬੰਦ ਹੋ ਗਿਆ। ਉਹਨੇ ਵਾਹਿਗੁਰੂ ਸਿਮਰਨਾ ਸ਼ੁਰੂ ਕਰ ਦਿੱਤਾ। ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਪਹਿਲਾਂ ਸ਼ਬਦ ਦਾ ਜਾਪ ਕਰਨਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਰੋਗਾ, ਬਾਅਦ ਵਿੱਚ ਵਾਹਿਗੁਰੂ ਦਾ ਸਿਮਰਨ ਕਰਨਾ। ਜਿਵੇਂ ਮਹਾਂਪੁਰਖਾਂ ਨੇ ਸਮਝਾਇਆ ਉਹਨੇ ਉਸੇ ਤਰ੍ਹਾਂ ਕਰਨਾ ਸ਼ੁਰੂ ਕਰਤਾ। ਤੇ ਜਿਹਦਾ ਜਾਪ ਕਰਨਾ ਸ਼ੁਰੂ ਕਰਤਾ ਵਾਹਿਗੁਰੂ ਦਾ, ਉਸ ਵਾਹਿਗੁਰੂ ਨੇ ਕਿਰਪਾ ਕਰਤੀ, ਉਹਨੂੰ ਬਾਅਦ ਵਿੱਚ ਕਦੀ ਮਿਰਗੀ ਦਾ ਦੌਰਾ ਨਹੀਂ ਪਿਆ। ਉਹ ਅਰੋਗ ਹੋ ਗਈ ਅਤੇ ਪਾਠ ਸਿਮਰਨ ਕਰਦੀ। ਫਿਰ ਉਹ ਗੁਰਦੁਆਰਾ ਸਾਹਿਬ ਜਾਂਦੀ ਹੈ, ਸਵੇਰੇ ਅੰਮ੍ਰਿਤ ਵੇਲੇ ਸਿਮਰਨ ਵੀ ਕਰਦੀ ਹੈ, ਫਿਰ ਮਹਾਰਾਜ ਦੇ ਦਰਸ਼ਨ ਵੀ ਕਰਦੀ ਹੈ। ਫਿਰ ਗੁਰਦੁਆਰਾ ਸਾਹਿਬ ਜਾ ਕੇ ਝਾੜੂ ਫੇਰਦੀ ਹੈ, ਜੋੜੇ ਝਾੜਦੀ ਹੈ, ਲੰਗਰ ਦੇ ਜਿਹੜੇ ਆ ਟਾਟ ਵਿਛੇ ਹੁੰਦੇ ਆ ਛਕਣ ਵਾਲੇ, ਇਹਨਾਂ ਨੂੰ ਸਾਫ਼ ਕਰਦੀ, ਝਾੜਦੀ ਹੈ। ਸੋ ਇੱਦਾਂ ਉਹ ਸੇਵਾ ਕਰਦੀ ਹੈ। ਉਹ ਮਾਤਾ ਫਿਰ ਕਾਫੀ ਸਮਾਂ ਪਿੱਛੋਂ ਜੀਂਦੀ ਰਹੀ ਹੈ। 9-10 ਸਾਲ ਦਾ ਸਮਾਂ ਜਿਹੜਾ ਹੈ ਨਾ ਉਹਨੇ ਬਤੀਤ ਕੀਤਾ ਹੈ, ਪਰ ਉਹ ਬਾਅਦ ਵਿੱਚ ਉਹਨੂੰ ਮਿਰਗੀ ਨਹੀਂ ਪਈ। ਅੰਤਲਾ ਸਮਾਂ ਵੀ ਉਹਦਾ ਉੱਦਾਂ ਹੀ ਆਇਆ, ਉਮਰ ਭੋਗ ਕੇ ਉਹ ਚਲੇ ਗਈ ਹੈ, ਪਰ ਉਹਨੂੰ ਮਿਰਗੀ ਨਹੀਂ ਪਈ ਸਾਰੀ ਉਮਰ ਬਾਅਦ ਵਿੱਚ। ਸੋ ਐਸਾ ਮਹਾਂਪੁਰਖਾਂ ਨੇ ਉਹ ਉਪਦੇਸ਼ ਉਸ ਨੂੰ ਦਿੱਤਾ ਵਾਹਿਗੁਰੂ ਸਿਮਰਨ ਕਰਨ ਦਾ, ਤੇ ਉਹਨੂੰ ਗੁਰੂ ਨਾਲ ਵੀ ਜੋੜਤਾ। ਉਹ ਗੁਰੂ ਨਾਲ ਵੀ ਪ੍ਰੇਮ ਬਣ ਗਿਆ, ਜੁੜ ਗਈ ਹੈ। ਉਹਦਾ ਲੋਕ ਤੇ ਪ੍ਰਲੋਕ ਦੋਵੇਂ ਹੀ ਜਿਹੜੇ ਹੈ ਉਹ ਸਫਲੇ ਹੋ ਗਏ। ਲੋਕ ਵੀ ਸਵਰ ਗਿਆ ਤੇ ਪ੍ਰਲੋਕ ਵੀ ਸਵਰ ਗਿਆ। ਲੋਕ ਵਿੱਚ ਵੀ ਉਹਨੂੰ ਮਿਰਗੀ ਪੈਣ ਵੱਢ ਗਈ ਹੈ, ਵੀ ਨਰਕ ਤੋਂ ਸਵਰਗ ਬਣ ਗਿਆ, ਤੇ ਸਿਮਰਨ ਕਰਕੇ ਗਈ ਹੈ ਉਹਦਾ ਪ੍ਰਲੋਕ ਵੀ ਸਵਾਰਿਆ ਗਿਆ ਹੈ। ਜਿਹੜੇ ਸਿਮਰਨ ਕਰਕੇ ਜਾਂਦੇ ਉਹਨੂੰ ਪ੍ਰਲੋਕ ਵਿੱਚ ਵੀ ਉਹਦਾ ਸਵਾਗਤ ਹੁੰਦਾ ਹੈ। ਸੋ ਇਸ ਤਰ੍ਹਾਂ ਉਹ ਆਪਣਾ ਜਿਹੜਾ ਜੀਵਨ ਹੈ ਨਾ ਉਹਨੂੰ ਸਵਾਰ ਕੇ ਗਈ ਹੈ। ਸੋ ਇਸ ਤਰ੍ਹਾਂ ਸੰਤ ਮਹਾਂਪੁਰਖ ਰਹਿ ਰਹੇ ਹਨ ਗੁਰਦੁਆਰਾ ਸੰਤਸਰ ਸਾਹਿਬ ਵਿੱਚ। ਪਰ ਉੱਥੇ ਇੱਕ ਕੱਚਾ ਛੋਟਾ ਕਮਰਾ ਹੈ, ਕੱਚਾ ਹੀ ਬਣਾਇਆ ਕਮਰਾ ਛੋਟਾ, ਇੱਕ ਗੁਫਾ ਹੈ, ਇੱਕ ਸਿਰਕੀ ਵਾਲੀ ਛੱਪਰੀ ਹੈ। ਇਹ ਤੋਂ ਬਿਨਾਂ ਹੋਰ ਕੁਝ ਨਹੀਂ ਹੈ, ਕੋਈ ਵਾਅਦਾ ਨਹੀਂ ਕੀਤਾ। ਛੋਟਾ ਕਮਰਾ ਬਣਾਇਆ ਹੈ ਤੇ ਇੱਕ ਗੁਫਾ ਬਣਾਈ ਹੈ ਜਿਹਦੇ ਵਿੱਚ ਮਹਾਂਪੁਰਖ ਰਹਿੰਦੇ ਨੇ। ਸੰਤ ਬਾਬਾ ਗੁਰਬਖਸ਼ ਸਿੰਘ ਜੀ, ਜਿਹੜਾ ਉਹ ਪਹਿਲਾ ਸੰਤ ਈਸ਼ਰ ਸਿੰਘ ਦੀ ਗੁਫਾ ਸੀ, ਉਹਨੂੰ ਵੀ ਸਹੀ ਕੀਤਾ ਹੈ। ਉਹਦੇ ਵਿੱਚ ਮਹਾਂਪੁਰਖ ਆਪ ਰਹਿੰਦੇ ਨੇ। ਇੱਕ ਸਿਰਕੀ ਵਾਲੀ ਇੱਕ ਛੱਪਰੀ ਜਿਹੜੀ ਉਹ ਬੰਨੀ ਹੋਈ ਹੈ, ਕਿਉਂਕਿ ਉਹਦੇ ਥੱਲੇ ਬਹਿਣਾ। ਹੁਣ ਸੇਵਾ ਚੱਲਦੀ, ਸੰਗਤਾਂ ਆਉਂਦੀਆਂ ਨੇ। ਹੁਣ ਸੰਗਤ ਆਉਂਦੀ ਹੈ, ਜਾਂਦੀ ਹੈ। ਸੋ ਤਦ ਵੀ ਸਤ ਸੰਗਤ ਜਿਹੜੀ ਹੈ ਨਾ ਉਹ ਆਉਂਦੀ ਹੈ ਜਦੋਂ ਮਹਾਂਪੁਰਖਾਂ ਦੇ ਕੋਲ, ਤੇ ਦੀਵਾਨ ਸੱਜਦੇ ਆ। ਤੇ ਦੀਵਾਨ ਤੋਂ ਬਾਅਦ ਵਿੱਚ ਪ੍ਰਸ਼ਾਦਾ ਪਾਣੀ ਜਿਹੜਾ ਉਹ ਪਿੰਡ ਤੋਂ ਹੀ ਅਜੇ ਲੋਕ ਖੜਦੇ ਆ। ਜੇ ਕੋਈ ਚੁੱਲ੍ਹਾ ਨਹੀਂ ਬਣਾਇਆ ਇੱਥੇ ਸੰਤਸਰ ਸਾਹਿਬ, ਪਿੰਡ ਤੋਂ ਹੀ ਸੰਗਤ ਜਿਹੜੀ ਹੈ ਨਾ, ਕੋਈ 2-4 ਘਰ ਅੱਜ ਬਣਾ ਦਿੰਦੇ, 2-4 ਘਰ ਭਲਕੇ ਬਣਾ ਦਿੰਦੇ। ਇੱਦਾਂ ਪ੍ਰਸ਼ਾਦਾ ਤਿਆਰ ਕਰਕੇ ਸਬਜ਼ੀ ਮਾਈਆਂ ਬਣਾ ਲੈਂਦੀਆਂ, ਤੇ ਉਹ ਜਿਹੜੇ ਸਿੰਘ ਆ ਉਹ ਲੈ ਜਾਂਦੇ ਆ। ਉਹ ਜਿੰਨੇ ਕੁ ਜਾਣੇ ਉੱਥੇ ਹੁਣ ਉਹਨਾਂ ਨੂੰ ਛਕਾ ਦਿੰਦੇ ਆ। ਹੁਣ ਜਦੋਂ ਸੰਤਾਂ ਦਾ ਇੱਥੇ ਪਤਾ ਲੱਗਿਆ ਨਾ, ਹੁਣ ਜਿਹੜੇ ਸਾਧੂ ਲੋਕ ਆ ਨਾ, ਜਿਵੇਂ ਸਾਧੂ ਬੰਦਗੀ ਵਾਲੇ, ਉਹ ਵੀ ਇੱਧਰ ਨੂੰ ਆਉਂਦੇ ਆ। ਉਹ ਮਹਾਂਪੁਰਖਾਂ ਦੇ ਕੋਲ ਆ ਕੇ ਰਹਿਣ ਲੱਗ ਪਏ। ਜਿਹੜੇ ਬੰਦਗੀ ਕਰਨ ਵਾਲੇ ਆ ਉਹ ਵੀ ਆ ਜਾਂਦੇ ਮਹਾਂਪੁਰਖਾਂ ਕੋਲ। ਕੁਝ ਜਿਹੜੇ ਸਾਧੂ ਵੈਸੇ ਫਿਰੇ ਤੁਰੇ, ਕਈ ਸਾਧੂ ਐਸੇ ਹੁੰਦੇ ਉਹ ਜਿਹੜੇ ਵੈਸੇ ਤੁਰੇ ਫਿਰਦੇ ਆ। ਕੋਈ ਪਿੰਡਾਂ ਵਿੱਚ ਅੱਜ ਇਸ ਪਿੰਡ, ਕੋਈ ਉਸ ਪਿੰਡ, ਉਹ ਜਲ ਪਾਣੀ ਛਕ ਲੈਂਦੇ, ਸਿਮਰਨ ਕਰ ਲੈਂਦੇ ਆ, ਇੱਕ ਥਾਂ ਟਿਕਦੇ ਨਹੀਂ ਗੇ। ਉਹ ਸਾਧੂ ਜਿਹੜੇ ਉਹਨਾਂ ਦਾ ਉਹ ਵਿਹੰਗਮ ਪੰਛੀ ਜਿੱਦਾਂ ਨਹੀਂ ਇੱਕ ਥਾਂ ਨਹੀਂ ਟਿਕਦੇ, ਉਹਨਾਂ ਦਾ ਉਹ ਆਜ਼ਾਦ ਆ।
ਕੁਝ ਦਿਨ 5-10 ਦਿਨ ਕਿਤੇ ਉਹ ਰਹਿ ਪਏ, 5-7 ਦਿਨ ਕਿਤੇ। ਹੁਣ ਵੀ ਹੈਗੇ ਇੱਦਾਂ ਦੇ ਸਾਧੂ, ਉਹ ਪੱਕਾ ਨਹੀਂ ਟਿਕਦੇ, ਕਦੀ ਕਿਤੇ ਕਦੀ ਕਿਤੇ, ਉਹ ਆਜ਼ਾਦ ਆ। ਇੱਦਾਂ ਦੇ ਸਾਧੂ ਵੀ ਆ ਜਾਂਦੇ ਆ, ਕੋਈ 15 ਦਿਨ ਰਹਿਣ ਵਾਲਾ, ਕੋਈ 5 ਦਿਨ ਰਹਿਣ ਵਾਲਾ, ਉਹ ਚਲੇ ਜਾਂਦੇ ਆ। ਸੋ ਉਹਨਾਂ ਨੂੰ ਸੰਗਤ ਪਿੰਡ ਵਿੱਚੋਂ ਖੜ ਕੇ ਪ੍ਰਸ਼ਾਦੇ ਤਿਆਰ ਹੁੰਦੇ ਆ, ਅਤੇ ਜਾ ਕੇ ਮਹਾਂਪੁਰਖਾਂ ਕੋਲ ਵਾਰੀਆਂ ਬੰਨੀਆਂ ਸੰਗਤਾਂ ਨੇ, ਮੈਂ ਪ੍ਰਸ਼ਾਦਾ ਛਕਾਉਣਾ, ਅੱਜ ਮੈਂ ਪ੍ਰਸ਼ਾਦਾ ਛਕਾਉਣਾ। 2-2 4-4 ਜਾਣੇ ਪ੍ਰਸ਼ਾਦਾ ਤਿਆਰ ਕਰਕੇ ਅਤੇ ਇੱਥੇ ਛਕਾਉਂਦੇ ਆ ਕਰਕੇ। ਸੋ ਇੱਦਾਂ ਜੇ ਇੱਥੇ ਕੋਈ ਹੋਰ ਵਾਧਾ ਨਹੀਂ ਸੀ ਹੋਇਆ। ਅਜੇ ਮਹਾਂਪੁਰਖ ਜਿਹੜੇ ਆ ਨਾ, ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ, ਮਿੱਠੇ ਸੁਭਾਅ ਦੇ ਸੀਗੇ, ਠੰਡੇ ਸੁਭਾਅ ਦੇ ਸੀਗੇ, ਬੰਦਗੀ ਵਾਲੇ ਸੀਗੇ, ਪਰ ਇੱਕ ਗੱਲੋਂ ਸੁਭਾਅ ਦੇ ਬੜੇ ਸਖਤ ਸੀਗੇ। ਅੰਮ੍ਰਿਤ ਵੇਲੇ ਜਿਹੜੇ ਉਹਨਾਂ ਦੇ ਕੋਲ ਰਹਿੰਦੇ ਸੀ ਨਾ, ਅੰਮ੍ਰਿਤ ਵੇਲੇ ਉਹਨਾਂ ਨੂੰ ਉੱਠ ਕੇ ਟਾਈਮ ਨਾਲ ਇਸ਼ਨਾਨ ਜ਼ਰੂਰ ਕਰਨਾ ਪੈਂਦਾ ਸੀ। ਜਿਹੜਾ ਮਨੁੱਖ ਸਵੇਰੇ ਇਸ਼ਨਾਨ ਨਾ ਕਰੇ, ਉਹਨਾਂ ਕੋਲ ਰਹਿੰਦਾ ਹੋਵੇ, ਉਹਨੂੰ ਕਹਿੰਦੇ ਸੀ ਚੱਲ ਪ੍ਰੇਮੀਆਂ ਇੱਥੋਂ ਉੱਡਦਾ ਹੋ, ਤੂੰ ਸਾਡੇ ਕੋਲ ਨਹੀਂ ਰਹਿਣਾ। ਜਿੰਨੇ ਮਹਾਂਪੁਰਖਾਂ ਦੇ ਕੋਲ ਰਹਿਣਾ ਨਾ, ਉਹਨੂੰ ਪੱਕਾ ਲਾਜ਼ਮੀ ਹੈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਫਿਰ ਕੇਸਾਂ ਨੂੰ ਸਾਫ਼ ਕਰਕੇ, ਸਿੱਧੇ ਕਰਕੇ, ਦਸਤਾਰ ਸਜਾ ਕੇ ਅਤੇ ਫਿਰ ਸਿਮਰਨ ਕਰਨਾ। ਉਹਨਾਂ ਦਾ ਇੱਕ ਅਸੂਲ ਸੀ, ਲੋਈ ਦੀ ਬੁੱਕਲ ਮਾਰ ਕੇ ਰੱਖਣੀ ਹੈ। ਜਿਹਨੇ ਉਹਨਾਂ ਕੋਲ ਰਹਿਣਾ ਹੈ ਨਾ, ਵੀ ਲੋਈ ਦੀ ਬੁੱਕਲ ਮਾਰ ਕੇ ਆਪਣਾ ਜਿਹੜਾ ਚਿਹਰਾ ਉਹ ਲੋਈ ਦੇ ਵਿੱਚ ਕਰ ਲਓ, ਜਾਂ ਚਾਦਰ ਹੈ, ਗਰਮੀਆਂ ਵੀ ਚਾਦਰ ਰੱਖਣੀ ਕੋਲ, ਚਾਦਰ ਦੀ ਬੁੱਕਲ ਮਾਰ ਲਓ, ਮੂੰਹ ਆਪਣਾ ਜਿਹੜਾ ਉਹ ਚਾਦਰ ਦੇ ਵਿੱਚ ਕਰਕੇ ਅਤੇ ਸਿਮਰਨ ਕਰੋ ਬਹਿ ਕੇ। ਜਿਹੜੇ ਬੰਦਗੀ ਦੇ ਸ਼ੌਕੀਨ ਸੀ, ਉਹ ਮਹਾਂਪੁਰਖਾਂ ਕੋਲ ਆ ਕੇ ਰਹਿੰਦੇ ਸੀ। ਜਿਹੜੇ ਕੇਵਲ ਪ੍ਰਸ਼ਾਦਿਆਂ ਵਾਲੇ, ਉਹ ਇੱਕ ਅੱਧਾ ਦਿਨ ਕੱਢ ਕੇ ਇੱਥੋਂ ਭੱਜ ਜਾਂਦੇ ਸੀਗੇ। ਕੋਈ ਕੱਚਾ ਪਿੱਲਾ ਨਹੀਂ ਸੀ ਟਿਕਦਾ, ਕਿਉਂਕਿ ਇਸ ਗੱਲੋਂ ਮਹਾਂਪੁਰਖ ਬਹੁਤ ਸਖਤ ਸੀਗੇ। ਉੱਦਾਂ ਬੜਾ ਪ੍ਰੇਮ ਕਰਦੇ ਆ, ਬੜੇ ਮਿੱਠੇ ਸੁਭਾਅ ਦੇ ਆ। ਕਿਸੇ ਬੀਬੀ ਦਾ ਬੱਚਾ ਰੋਵੇ ਤਾਂ ਕਹਿੰਦੇ ਹੁੰਦੇ ਸੀ, ਬੀਬੀ ਬੱਚੇ ਨੂੰ ਚੁੱਪ ਕਰਾ, ਲੰਮੀ ਉਮਰ ਵਾਲਾ ਹੋਵੇ। ਨਾਲ ਹੀ ਸੀਸਾਂ ਦੇ ਰਹਿੰਦੇ ਸੀਗੇ ਵੀ ਲੰਮੀ ਉਮਰ ਵਾਲਾ ਹੋਵੇ, ਨਾਲੇ ਵੀ ਕਹਿਣਾ ਮਾਤਾ ਚੁੱਪ ਕਰਾ। ਸੋ ਬੜੇ ਮਿੱਠੇ ਅਤੇ ਠੰਡੇ ਸੁਭਾਅ ਦੇ ਸੀਗੇ, ਜਿਹਦਾ ਕਰਕੇ ਨਗਰ ਨਿਵਾਸੀ ਆਪਣੇ ਜੱਬੋਵਾਲ ਵਾਲੇ ਬਹੁਤਾ ਪ੍ਰੇਮ ਕਰਨ ਲੱਗ ਪਏ ਮਹਾਂਪੁਰਖਾਂ ਦੇ ਨਾਲ, ਅਤੇ ਮਹਾਂਪੁਰਖਾਂ ਨੂੰ ਬਾਅਦ 'ਚ ਜਾਣ ਹੀ ਨਹੀਂ ਦਿੱਤਾ। ਮਹਾਂਪੁਰਖ ਤਾਂ ਚਾਹੁੰਦੇ ਹੀ ਨਹੀਂ ਵੀ ਇੱਥੇ ਰਹੀਏ ਅਸੀਂ। ਉਹ ਨਾ ਤਾਂ ਇੱਥੇ ਮਹਾਰਾਜ ਜੀ ਦਾ ਪ੍ਰਕਾਸ਼ ਹੀ ਕਰਨ ਤਾ ਉਹਨਾਂ ਨੇ, ਅਤੇ ਨਾ ਹੀ ਇੱਥੇ ਕੋਈ ਹੋਰ ਵਾਧੂ ਕਮਰੇ ਬਣਾਉਣ ਦਿੰਦੇ ਸੀਗੇ। ਕਹਿੰਦੇ ਨਹੀਂ ਕੁਝ ਨਹੀਂ ਬਣਾਉਣਾ ਇੱਥੇ ਹੋਰ, ਅੱਗੇ ਸਾਡਾ ਘੜਿਆਲ ਸਥਾਨ ਹੈਗਾ ਏ ਜਲੰਧਰ ਵਿੱਚ, ਇੱਥੇ ਨਹੀਂ ਬਣਾਉਣਾ। ਇੰਨਾ ਕੀ ਬੜਾ ਜਿੰਨਾ ਕੁ ਬਣ ਗਿਆ ਹੈ। ਕਾਰ ਸੇਵਾ ਚੱਲਦੀ ਹੈ, ਵੀ ਸੇਵਾ ਇੱਥੇ ਚੱਲ ਰਹੀ ਹੈ, ਖੂਹੀ ਬਣ ਗਈ, ਤਿਆਰ ਹੈ, ਗੁਫਾ ਵੀ ਤਿਆਰ ਹੈ, ਇੱਕ ਕਮਰਾ ਹੈ ਕੱਚਾ ਲਾਗੇ, ਇੱਕ ਸਿਰਕੀ ਬੰਨੀ ਹੋਈ ਹੈ। ਸੋ ਇੱਦਾਂ ਸਿਰਕੀਆਂ ਦੀ ਛੰਨ ਬੰਨੀ ਹੋਈ ਸੀ। ਇੱਦਾਂ ਕਰਕੇ ਮਹਾਂਪੁਰਖ ਇੱਥੇ ਰਹਿ ਰਹੇ, ਸੰਗਤਾਂ ਨੂੰ ਕੀਰਤਨ ਕਰਕੇ ਸਰਵਣ ਕਰਾਉਂਦੇ ਆ, ਪਰ ਸਤਿਗੁਰਾਂ ਦਾ ਪ੍ਰਕਾਸ਼ ਨਹੀਂ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਨੂੰ ਪਿੰਡ 'ਚ ਜਾਂਦੇ ਆ, ਦਰਸ਼ਨ ਕਰਕੇ ਫਿਰ ਆ ਜਾਂਦੇ ਆ। ਇੱਦਾਂ ਸੰਗਤਾਂ ਆ ਕਰਕੇ ਆਪਣੇ ਨਗਰ ਦੀਆਂ ਹੋਰ ਲਾਗੋ ਸੰਗਤਾਂ ਜਿਹੜੀਆਂ ਉਹ ਆ ਕੇ ਮਹਾਂਪੁਰਖਾਂ ਕੋਲ ਉਪਦੇਸ਼ ਲੈ ਕੇ ਅਤੇ ਆਪਣਾ ਜਿਹੜਾ ਉਹ ਭਲਾ ਕਰਾ ਰਹੀਆਂ, ਆਪਣਾ ਜਿਹੜਾ ਜੀਵਨ ਹੈ ਉਹਨੂੰ ਸਫਲਿਆ ਕਰ ਰਹੀਆਂ ਨੇ। ਹੁਣ ਮਹਾਂਪੁਰਖ ਇੱਥੇ ਰਹਿੰਦੇ ਹੋਏ ਜਦੋਂ ਇੱਥੇ ਰਹਿ ਰਹੇ ਨਾ, ਕਈ ਕੌਤਕ ਹੋ ਰਹੇ ਆ। ਕਈ ਮਹਾਂਪੁਰਖਾਂ ਦੇ ਕੋਲੋਂ ਆ ਕੇ ਆਪਣੇ ਜਿਹੜੇ ਦੁੱਖ ਆ ਦੱਸ ਕੇ ਦੂਰ ਕਰਾ ਰਹੇ ਆ। ਕਈ ਮਹਾਂਪੁਰਖਾਂ ਦੇ ਕੋਲੋਂ ਆ ਕਰਕੇ ਜੀਵਨ ਜਾਚ ਸਿੱਖ ਰਹੇ ਆ। ਕਈ ਪ੍ਰੇਮੀ ਜਿਹੜੇ ਬੰਦਗੀ ਦੇ ਪ੍ਰੇਮੀ, ਉਹ ਆ ਕੇ ਬੰਦਗੀ ਦੀਆਂ ਗੱਲਾਂ ਸੁਣਦੇ, ਉਹ ਬੰਦਗੀ ਕਰਨੀ ਸਿੱਖ ਰਹੇ। ਮਹਾਂਪੁਰਖੋਂ ਕਿਵੇਂ ਭਜਨ ਕਰੀਏ, ਕਿਵੇਂ ਸਿਮਰਨ ਕਰੀਏ, ਕਿਉਂਕਿ ਉਸ ਵੇਲੇ ਲੋਕ ਸਿੱਧੇ ਸਾਦੇ ਸੀ, ਭੋਲੇ ਭਾਲੇ ਲੋਕ ਸੀਗੇ। ਉਦੋਂ ਤਾਂ ਮੰਨ ਲਓ ਵੀ ਇਹੋ ਜਿਹਾ ਜ਼ਮਾਨਾ ਸੀਗਾ, ਕੋਈ ਸਾਈਕਲ ਤਾਂ ਪਹਿਲਾਂ ਤਾਂ ਕਦੇ ਕੋਈ ਹੈ ਹੀ ਨਹੀਂ ਸੀ। ਕੋਈ ਸਾਈਕਲ 'ਤੇ ਆਉਣ ਡਿਆ ਹੋਵੇ ਨਾ, ਅਤੇ ਮੱਝ ਵਾਲਾ ਮੱਝ ਪਰਾਂ ਕਰ ਦਿੰਦਾ ਸੀ, ਕਿਤੇ ਸਾਈਕਲ ਮਾਰ ਕੇ ਮੱਝ ਹੀ ਨਾ ਮਾਰ ਦੇਵੇ। ਇਹੋ ਜਿਹਾ ਸਮਾਂ ਸੀਗਾ, ਕਿਉਂ ਭੋਲੇ ਲੋਕ ਸੀਗੇ, ਕਿਸੇ ਨੂੰ ਕੋਈ ਬਹੁਤਾ ਪਤਾ ਨਹੀਂ ਹੈ। ਇਸ ਕਰਕੇ ਮਹਾਂਪੁਰਖਾਂ ਦੇ ਕੋਲੋਂ ਉਹ ਸੰਗਤਾਂ ਆ ਕਰਕੇ ਉਪਦੇਸ਼ ਲੈ ਕੇ, ਮਹਾਂਪੁਰਖ ਪੜ੍ਹੇ ਵੀ ਸੀਗੇ, ਪੜ੍ਹੇ ਵੀ ਸੀ, ਵਿਦਵਾਨ ਵੀ ਸੀ, ਅਤੇ ਸੰਤ ਬੰਦਗੀ ਵਾਲੇ ਵੀ ਸੀਗੇ, ਚੰਗੇ ਲੰਮੇ ਜਵਾਨ ਸੀ, ਫੌਜ ਵਿੱਚ ਵੀ ਰਹੇ ਆ, ਹਰ ਪਾਸਿਓਂ ਪੂਰੇ ਸਨ। ਸੋ ਉਹਨਾਂ ਨੇ ਆ ਕਰਕੇ ਨਗਰ ਦੇ ਵਿੱਚ ਅਤੇ ਸੰਗਤਾਂ ਦੇ ਨਾਲ, ਸੰਗਤਾਂ ਦਾ ਪ੍ਰੇਮ ਅਤੇ ਮਹਾਂਪੁਰਖਾਂ ਦਾ ਵੀ ਪ੍ਰੇਮ ਹੈ, ਅਤੇ ਇੱਥੋਂ ਅਜੇ ਹੁਣ ਵਾਪਸ ਨਹੀਂ ਜਾਇਆ ਜਾ ਰਿਹਾ, ਕਿਉਂਕਿ ਸੰਗਤਾਂ ਜਿਹੜੀਆਂ ਨਵੀਂ ਤੋਂ ਨਵੀਂ ਸੰਗਤ ਆ ਰਹੀ ਹੈ। ਅਤੇ ਜਿਹੜੀਆਂ ਸੰਗਤਾਂ ਪਹਿਲਾਂ ਘੜਿਆਲ ਜਾਂਦੀਆਂ ਸੀ ਨਾ,
ਉਹ ਹੁਣ ਸਾਰੀਆਂ ਸੰਗਤਾਂ ਇੱਥੇ ਆਉਣ ਲੱਗ ਪਈਆਂ। ਜਦੋਂ ਸੰਗਤਾਂ ਇੱਥੇ ਆਉਣ ਲੱਗ ਪਈਆਂ ਨਾ ਤੇ ਫਿਰ ਕਮਰਿਆਂ ਦੀ ਵੀ ਮੁਸ਼ਕਲ ਜਾਪਣ ਲੱਗ ਪਈ ਵੀ ਜਦੋਂ ਬਹੁਤੇ ਸੰਗਤ ਨੇ ਆ ਜਾਣਾ ਨਾ ਤੇ ਫਿਰ ਰਾਤ ਰਹਿਣਾ ਸੀ, ਫਿਰ ਪਿੰਡ ਵਿੱਚ ਘੱਲਣਾ ਪੈਂਦਾ ਸੀ ਵੀ ਜਾਓ ਪ੍ਰੇਮੀ ਇਹਨਾਂ ਨੂੰ ਘਰਾਂ 'ਚ ਲੈ ਜਾਓ, ਕੋਈ ਕਮਰੇ ਦੇ ਵਿੱਚ ਇਹਨਾਂ ਨੂੰ ਰਾਤ ਨੂੰ ਆਰਾਮ ਕਰਾ ਦਿਓ, ਸਵੇਰੇ ਫੇਰ ਉੱਠ ਕੇ ਆ ਜਾਣਾ। ਕਈ ਬਹੁਤੇ ਪ੍ਰੇਮੀ ਨਹੀਂ ਸੀ ਜਾਂਦੇ ਵੀ ਮਹਾਂਪੁਰਖੋ ਕੋਈ ਨਹੀਂ ਬਾਹਰ ਹੀ ਲੰਮੇ ਪੈ ਲਾਂਗੇ ਇੱਥੇ ਹੀ, ਪਰ ਹੁਣ ਜਦੋਂ ਠੰਡ ਹੋਵੇ ਉਦੋਂ ਨਹੀਂ ਬਾਹਰ ਰਿਹਾ ਜਾਂਦਾ। ਉਹ ਫਿਰ ਉਹਨਾਂ ਨੂੰ ਪਿੰਡ ਘੱਲਣਾ ਪੈਂਦਾ ਸੀ ਵੀ ਜਾਓ ਨਗਰ ਵਿੱਚ ਜਾ ਕੇ ਰਾਤ ਕੱਟ ਲਓ। ਨਗਰ ਨਿਵਾਸੀ ਆਪਣੇ ਘਰਾਂ ਨੂੰ ਲੈ ਜਾਂਦੇ ਸੀਗੇ। ਸੋ ਪਰ ਹੁਣ ਉਹ ਥੋੜ ਜਾਪਣ ਲੱਗ ਪਈ ਵੀ ਕਮਰੇ ਚਾਹੀਦੇ ਇੱਥੇ ਰਹਿਣ ਵਾਸਤੇ ਹੋਰ ਥਾਂ ਚਾਹੀਦੀ ਹੈ। ਸੋ ਇੱਦਾਂ ਇਹ ਹੁਣ ਸਲਾਹਾਂ ਇਹੋ ਜਿਹੀਆਂ ਜਿਹੜੀਆਂ ਨਾ ਉਹ ਸੰਗਤਾਂ ਦੇਣ ਲੱਗ ਪਈਆਂ ਮਹਾਂਪੁਰਖਾਂ ਨੂੰ। ਅਜੇ ਮਹਾਂਪੁਰਖ ਮੰਨਦੇ ਨਹੀਂ, ਕਹਿੰਦੇ ਨਹੀਂ ਨਹੀਂ ਇੰਨਾ ਹੀ ਬਹੁਤ ਹੈ, ਅਜੇ ਆਪਾਂ ਇੱਥੇ ਹੋਰ ਕੁਝ ਨਹੀਂ ਕਰਨਾ, ਮਨ ਨਹੀਂ ਕਰਦਾ ਵੀ ਕੋਈ ਡੇਰਾ ਹੋਰ ਬਣਾਈਏ। ਸੋ ਇੱਦਾਂ ਇੱਥੋਂ ਤੱਕ ਦਾ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਹੈ। ਹੁਣ ਇੱਥੇ ਗੁਰਦੁਆਰਾ ਸੰਧਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕਿਵੇਂ ਹੁੰਦਾ ਹੈ, ਕਿਵੇਂ ਉੱਥੇ ਉਹ ਹੋਰ ਜਿਹੜੀ ਇਮਾਰਤਾਂ ਬਣਦੀਆਂ ਨੇ, ਇਹ ਆਪ ਜੀ ਕੱਲ੍ਹ ਨੂੰ ਸਰਵਣ ਕਰੋਗੇ। ਸਤਿਗੁਰੂ ਕਿਰਪਾ ਕਰਨ, ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਣ, ਅਗਾਂਹ ਵਾਤੇ ਸਮੱਤ ਬਖਸ਼ਣ। ਲੋਕ ਸੁਖੀਏ ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।